ਕੁਝ ਵੀ ਕਰਵਾਇਆ ਜਾ ਸਕਦਾ, ਬਲਾਸਟ ਵੀ ਕਰਵਾਏ ਜਾ ਸਕਦੇ ਆ। ਕੋਈ ਅਸਮਾਜਿਕ ਤੱਤਵ ਇਹਦੇ ਵਿੱਚ ਘਸਾ ਕੇ ਤੇ ਸਾਡੇ ਧਰਨਿਆਂ ਨੂੰ, ਸਾਡੇ ਨੌਜਵਾਨਾਂ ਨੂੰ ਵੀ ਬਲੇਮ ਕੀਤਾ ਜਾ ਸਕਦਾ ਵਾ। ਸਰਕਾਰ ਦੀ ਨੀਅਤ ਤੇ ਨੀਤੀ ਦੋਵਾਂ ਦੇ ਵਿੱਚ ਖੋਟ ਆ। ਸਰਕਾਰ ਇਹਨਾਂ ਮਸਲਿਆਂ ਦਾ ਹੱਲ ਅਜੇ ਨਹੀਂ ਕੱਢਣਾ ਚਾਹੁੰਦੀ। ਤਰਪਾਲਾਂ ਪਾ ਕੇ ਆਇਆ ਟਰੈਕਟਰ ਉੱਤੇ, ਟਰੈਕਟਰਾਂ ਨੂੰ ਆਧੁਨਿਕ ਘੋੜੇ ਬਣਾ ਕੇ ਲੈ ਕੇ ਆਇਆ ਟਰਾਲਿਆਂ ਨੂੰ। ਅਸੀਂ ਕਹਿੰਦੇ ਜੇ ਬਿੱਲ ਵਾਪਸ ਨਹੀਂ ਹੋਣੇ ਤੇ ਫਿਰ ਬਾਰ-ਬਾਰ ਮੀਟਿੰਗਾਂ ਬੁਲਾਉਣ ਦਾ ਫਾਇਦਾ ਕੀ? ਜੇ ਫਾਇਦੇ ਬਹੁਤ ਵੱਧ, 14 ਸਾਲ ਪਹਿਲਾਂ ਮੰਡੀ ਟੁੱਟੀ ਆ ਬਿਹਾਰ ਦੇ ਵਿੱਚ, ਉੱਥੋਂ ਦਾ 5 ਏਕੜ ਦਾ ਕਿਸਾਨ ਪੰਜਾਬ ਦੇ ਵਿੱਚ ਜਾ ਕੇ 2 ਏਕੜ ਦੇ ਕਿਸਾਨ ਦੀ ਮਾਲਕੀ ਤੇ ਝੋਨਾ ਲਾ ਕੇ ਆਉਂਦਾ ਵਾ, ਧਾਨ ਲਾ ਕੇ ਆਉਂਦਾ ਵਾ। ਜੇ ਇੰਨਾ ਮਤਲਬ ਇਹ ਬਿੱਲ ਚੰਗੇ ਹੀ, ਫਿਰ ਉਹ ਇੱਥੇ ਕਿਸਾਨ ਆਪਣੇ ਘਰ ਮਾਲਾ ਮਾਲ ਕਿਉਂ ਨਹੀਂ ਹੋਇਆ? ਅਸੀਂ ਕਹਿਣਾ ਚਾਹੁੰਦੇ ਵੀ ਪਾਵਰ ਹਾਊਸ ਲੋਕ ਨੇ ਜਿਹੜੇ ਵੋਟਾਂ ਦੇ ਕੇ ਚੁਣਦੇ ਆ। ਸਰਕਾਰਾਂ ਪਾਵਰ ਹਾਊਸ ਨਹੀਂ ਹੁੰਦੀਆਂ, ਇਹ ਮੰਜੀ ਮੁੱਦੀ ਹੁੰਦੇ ਆ, ਦੇਰ ਨਹੀਂ ਲੱਗਦੀ। ਉਹਨਾਂ ਨੇ 23 ਤਰੀਕ ਤੋਂ ਰੇਲ ਗੱਡੀਆਂ ਜਿਹੜੀਆਂ ਵਾ ਪੈਸੰਜਰ ਵੀ ਚਲਾਉਣ ਦੀ ਇਜਾਜ਼ਤ ਦੇ ਦਿੱਤੀ। ਅਸੀਂ ਕਿਹਾ ਵੀ ਅਸੀਂ ਨਹੀਂ ਇਹਨੂੰ ਮੰਨਦੇ, ਅਸੀਂ ਮਤਲਬ ਇੱਥੇ ਅੜ ਗਏ। ਅੱਜ ਵੀ ਉੱਥੇ ਸਾਡਾ ਧਰਨਾ ਪ੍ਰਦਰਸ਼ਨ ਜਾਰੀ ਆ, ਕਿਉਂਕਿ ਅਸੀਂ ਉਸੇ ਦਿਨ ਐਲਾਨ ਕਰਤਾ ਹੈ ਵੀ ਮਾਲ ਗੱਡੀਆਂ ਲੰਘਾਵਾਂਗੇ, ਨਹੀਂ ਲੰਘਣ ਦਿੱਤੀਆਂ ਦੂਜੀਆਂ ਜਿਨ੍ਹਾਂ ਨੇ ਉਹਨਾਂ ਨੂੰ ਚੋਣਾਂ ਦੇ ਵਿੱਚ ਫੰਡਿੰਗ ਕੀਤੀ ਆ। ਤੇ ਬਾਕੀ ਭਾਵੇਂ ਲੋਕ ਟੱਠੇ ਕੂਚ ਪੈਣ ਤੇ ਫਿਰ ਲੋਕ ਅੰਦੋਲਨ ਕਿਉਂ ਨਾ ਕਰਨ? ਲੋਕਾਂ ਨੂੰ ਅੰਦੋਲਨ ਦੇ ਰਾਹ ਤੇ ਪੈਣਾ ਚਾਹੀਦਾ। ਪੰਜਾਬ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਕੱਲ੍ਹ ਵੀ ਬੈਠਕ ਹੋਈ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਦੇ ਨਾਲ, ਮਸਲਾ ਹੱਲ ਨਹੀਂ ਹੋ ਰਿਹਾ। ਬੈਠਕਾਂ ਤਾਂ ਹੋ ਰਹੀਆਂ ਨੇ ਤੇ ਜਿਹੜੀ MSP ਦੀ ਮੰਗ ਹੈਗੀ ਕਿਸਾਨਾਂ ਦੀ, ਉਹ ਵੀ ਕੇਂਦਰ ਸਰਕਾਰ ਨਹੀਂ ਮੰਗ ਰਹੀ। ਕੀ ਕਹੋਗੇ ਇਸ ਬਾਰੇ? ਇਕੱਲੀ MSP ਦੀ ਮੰਗ ਨਹੀਂ ਗੀ, ਸਾਡੀ ਇਹਨਾਂ ਨੂੰ ਕਾਨੂੰਨਾਂ ਨੂੰ ਮਤਲਬ ਰੱਦ ਕਰਕੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਦੀ ਮੰਗ ਆ, ਜਿਹੜਾ ਪਹਿਲੇ ਟਰਮ ਦੇ ਵਿੱਚ ਮੋਦੀ ਜੀ ਦਾ ਵਾਅਦਾ ਸੀ। ਜੋ ਤੁਸੀਂ ਗੱਲ ਕਰ ਰਹੇ ਜੇ ਮੀਟਿੰਗ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ। ਅਸੀਂ ਮੀਟਿੰਗ ਦਾ ਜਿਹੜਾ ਬਾਈਕਾਟ ਕੀਤਾ ਸੀਗਾ, ਅਸੀਂ ਨਹੀਂ ਗਏ, ਸਾਡੇ ਵੱਡੇ ਭਰਾ ਗਏ। ਉਹਨਾਂ ਨੇ ਵੀ ਉਹਨਾਂ ਦੀ ਕਮੇਟੀ ਬਣਾਉਣ ਦੀ ਜਿਹੜੀ ਤਜਵੀਜ਼ ਸੀ ਉਹਨੂੰ ਰੱਦ ਕੀਤਾ। ਵਧੀਆ ਕੀਤਾ, ਕਿਉਂਕਿ ਸਰਕਾਰ ਦੀ ਨੀਅਤ ਤੇ ਨੀਤੀ ਦੋਵਾਂ ਦੇ ਵਿੱਚ ਖੋਟ ਆ। ਸਰਕਾਰ ਇਹਨਾਂ ਮਸਲਿਆਂ ਦਾ ਹੱਲ ਅਜੇ ਨਹੀਂ ਕੱਢਣਾ ਚਾਹੁੰਦੀ। ਹਾਂ, ਇਹ ਇਹਨਾਂ ਨੂੰ ਅੰਦੋਲਨ ਨੂੰ ਲੰਮਾ ਚਲਾਉਣਾ ਚਾਹੁੰਦੀ ਸਰਕਾਰ, ਤੇ ਫਿਰ ਅੰਦੋਲਨ ਲੰਮੇ ਚੱਲਣਗੇ, ਕਿਉਂਕਿ ਪੂਰਾ ਦਮ ਰੱਖ ਕੇ ਲੋਕ ਆਏ ਆ, ਤਿਆਰੀਆਂ ਕਰਕੇ ਆਏ ਆ, 6 ਮਹੀਨੇ ਦਾ ਲਾਸਰ ਰਹਿ ਕੇ ਆਏ ਆ। ਤੁਸੀਂ ਵੇਖ ਰਹੇ ਜੇ ਵੀ ਤਰਪਾਲਾਂ ਪਾ ਕੇ ਆਇਆ ਟਰੈਕਟਰ ਉੱਤੇ, ਟਰੈਕਟਰਾਂ ਨੂੰ ਆਧੁਨਿਕ ਘੋੜੇ ਬਣਾ ਕੇ ਲੈ ਕੇ ਆਇਆ ਟਰਾਲਿਆਂ ਨੂੰ। ਇੱਕ ਸਵਾਲ ਜ਼ਰੂਰ ਉੱਠਦਾ ਹੈ, ਜਦੋਂ ਦੂਜੀਆਂ ਸਾਰੀਆਂ ਕਿਸਾਨ ਜਥੇਬੰਦੀਆਂ 31 ਦੇ 31 ਜਥੇਬੰਦੀਆਂ ਜਦੋਂ ਕੋਈ ਫੈਸਲਾ ਲੈਂਦੀਆਂ ਨੇ, ਤੁਸੀਂ ਉਸ ਤੋਂ ਉਲਟ ਫੈਸਲਾ ਲੈਂਦੇ ਹੋ। ਤੁਸੀਂ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਨਹੀਂ ਲਿੱਤਾ, ਉਸ ਪਿੱਛੇ ਕੀ ਕਾਰਨ ਹੈਗੇ ਨੇ? ਵੇਖੋ ਜੀ, ਅਸੀਂ ਉਲਟ ਫੈਸਲਾ ਨਹੀਂ ਲੈਂਦੇ, ਉਹਨਾਂ ਨਾਲ ਪੂਰੇ ਤਾਲਮੇਲ ਦੇ ਵਿੱਚ ਆ। ਸਾਡਾ ਆਪਣਾ ਮੰਨਣਾ ਹੈ ਕਿ ਪੂਰੇ ਦੇਸ਼ ਨੂੰ ਵੱਖਰਾ ਕੀਤਾ ਜਾ ਰਿਹਾ, ਪੰਜਾਬ ਨੂੰ ਵੱਖਰਾ ਕੀਤਾ ਜਾ ਰਿਹਾ। ਪੰਜਾਬ ਦੀਆਂ ਜਥੇਬੰਦੀਆਂ ਇਕੱਲੀਆਂ ਜੋ ਹੈ ਉਹ ਸੱਦੀਆਂ ਜਾਂਦੀਆਂ ਵਾ, ਬਾਕੀ ਦੇਸ਼ ਦੀਆਂ 500 ਤੋਂ ਪਲੱਸ ਜਥੇਬੰਦੀਆਂ ਉਹਨਾਂ ਨੂੰ ਛੱਡ ਲਿਆ ਜਾਂਦਾ ਵਾ। ਅਸੀਂ ਕਹਿੰਦੇ ਸਾਰੀਆਂ ਜਥੇਬੰਦੀਆਂ ਮਾਣਯੋਗ ਨੇ, ਸਤਿਕਾਰਯੋਗ ਨੇ। ਪੂਰੇ ਦੇਸ਼ ਦਾ ਇਹ ਮਸਲਾ ਵਾ, ਕੌਮੀ ਅੰਦੋਲਨ ਆ, ਦੇਸ਼ ਵਿਆਪੀ ਅੰਦੋਲਨ ਆ। ਪੂਰੇ ਦੇਸ਼ ਦੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਬੁਲਾ ਕੇ ਮੋਦੀ ਜੀ ਖੁਦ ਮੀਟਿੰਗ ਲੈਣ ਔਰ ਇਹਨਾਂ ਬਿੱਲਾਂ ਨੂੰ ਰੱਦ ਕਰਨ ਦੀ ਕਵਾਇਦ ਸ਼ੁਰੂ ਕਰਕੇ ਬਿੱਲ ਰੱਦ ਕੀਤੇ ਜਾਣ। ਮੋਦੀ ਜੀ ਅਜੇ ਇਹ 'ਤੇ ਸੀਰੀਅਸ ਨਹੀਂ, ਕਿਉਂਕਿ ਉਹ ਜਿਸ ਦਿਨ ਕੋਈ ਮੀਟਿੰਗ ਕਰਨੀ ਹੁੰਦੀ ਉਦੋਂ ਪਹਿਲਾਂ ਹੀ ਇਹਦੇ ਫਾਇਦੇ ਗਿਣਾ ਦਿੰਦੇ ਆ। ਤੇ ਉਹਨਾਂ ਦੇ ਮੰਤਰੀ ਜੀ ਕਹਿੰਦੇ ਆ ਵੀ ਬਿੱਲ ਕਿਸੇ ਕੀਮਤ 'ਤੇ ਵਾਪਸ ਨਹੀਂ ਹੋਣਗੇ, ਜਿਹੜੇ ਕੱਲ੍ਹ ਉਹਨਾਂ ਨੇ ਮੀਟਿੰਗ ਦੇ ਵਿੱਚ ਕਹਿ ਵੀ ਦਿੱਤਾ। ਅਸੀਂ ਕਹਿੰਦੇ ਜੇ ਬਿੱਲ ਵਾਪਸ ਨਹੀਂ ਹੋਣੇ ਤੇ ਫਿਰ ਬਾਰ-ਬਾਰ ਮੀਟਿੰਗਾਂ ਬੁਲਾਉਣ ਦਾ ਫਾਇਦਾ ਕੀ? ਇਹਦਾ ਕਿਤੇ ਨਾ ਕਿਤੇ ਤਾਂ ਸਰਕਾਰ ਨੂੰ ਹੱਲ ਕੱਢਣਾ ਪਊਗਾ, ਕਿਉਂਕਿ ਲੰਮੇ ਅੰਦੋਲਨ ਨੂੰ ਚਲਾਉਣ ਦੇ ਰੌਣ ਦੇ ਵਿੱਚ ਵਾ ਪੂਰੀਆਂ ਜਥੇਬੰਦੀਆਂ, ਪੂਰਾ ਭਾਰਤ ਵਰਸ਼ ਇਸ ਟਾਈਮ 'ਤੇ ਇਕੱਠਾ ਵਾ। ਅਸੀਂ ਕਹਿਣਾ ਚਾਹੁੰਦੇ ਹਾਂ ਵੀ ਭਾਰਤ ਵਰਸ਼ ਰੂਪੀ ਗੁਲਦਸਤੇ ਦੀ ਪੰਖੜੀ ਨਾ ਕੀਤੀ ਜਾਵੇ। ਇਹ ਖੁਸ਼ਬੂ ਜਿਹੜੀ ਆ ਵੱਖ-ਵੱਖ ਫੁੱਲਾਂ ਦੀ ਆਉਂਦੀ ਰਹੇ। ਜੀ, ਮੈਂ ਇੱਕ ਸਵਾਲ ਜ਼ਰੂਰ ਤੁਹਾਨੂੰ ਪੁੱਛਣਾ ਚਾਹੁੰਦਾ। ਤੁਸੀਂ ਗੱਲ ਕੀਤੀ ਕਿ ਦੂਜੀਆਂ ਕਿਸਾਨ ਜਥੇਬੰਦੀਆਂ ਨੂੰ ਵਿੱਚ ਸ਼ਾਮਲ ਕਰਨਾ ਚਾਹੀਦਾ। ਦੂਜੀਆਂ ਕਿਸਾਨ ਜਥੇਬੰਦੀਆਂ ਦੇ ਵੀ ਆਗੂ ਕੱਲ੍ਹ ਵਿੱਚ ਰਹੇ ਨੇ, ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਸੀ 32, ਉਹਨਾਂ ਨੇ ਵੀ ਇਹ ਮੰਗ ਰੱਖੀ ਕਿ ਜਿਹੜੀ ਦੂਜੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਅਸੀਂ ਵਿੱਚ ਸ਼ਾਮਲ ਕਰਾਂਗੇ। ਲੇਕਿਨ ਤੁਹਾਡੀ ਜਥੇਬੰਦੀ ਜੇ ਨਹੀਂ ਵਿੱਚ ਸ਼ਾਮਲ ਹੁੰਦੀ, ਤੁਹਾਨੂੰ ਨਹੀਂ ਲੱਗਦਾ ਕਿ ਅੱਜ ਸਾਰੇ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਹੈ? ਕੋਈ ਵੀ ਫੈਸਲੇ ਲਏ ਜਾਂਦੇ ਨੇ, ਤੁਹਾਨੂੰ ਵੀ ਉਸ ਵਿੱਚ ਸ਼ਾਮਲ ਹੋਣਾ ਚਾਹੀਦਾ, ਕਿਉਂਕਿ ਮਸਲੇ ਦਾ ਹੱਲ ਤਾਂ ਬੈਠਕਾਂ ਦੇ ਵਿੱਚ ਸ਼ਾਮਲ ਹੋ ਕੇ ਹੀ ਹੈ ਨਾ। ਵੇਖੋ ਜੀ, ਉਹਦੇ ਵਿੱਚ 32 ਜਥੇਬੰਦੀਆਂ ਨੂੰ ਨਿਵੇਦਨ ਪੱਤਰ ਸੱਦਾ ਆਇਆ ਵਾ, ਸਾਨੂੰ ਕੋਈ ਪੱਤਰ ਨਹੀਂ ਆਇਆ ਵਾ ਇਹ। ਪਰ ਅਧਿਕਾਰੀ ਲੈਣ ਵਾਸਤੇ ਆਏ ਵੀ ਮੀਟਿੰਗ ਦੇ ਵਿੱਚ ਜਾਣ ਵਾਸਤੇ ਤੁਸੀਂ ਚੱਲੋ, ਤੁਹਾਨੂੰ ਲੈ ਕੇ ਜਾਵਾਂਗੇ। ਜਥੇਬੰਦੀਆਂ ਦੇ ਨਾਲ ਜਿਹੜੇ 3 ਆਗੂ ਹੋਰ ਗਏ ਆ ਹਰਿਆਣੇ ਦੀਆਂ ਜਥੇਬੰਦੀਆਂ ਦੇ, ਉਹ ਅਸੀਂ ਕਹਿਣਾ ਚਾਹੁੰਦੇ ਵੀ ਅਨਆਫੀਸ਼ੀਅਲੀ ਸੀ, ਉਹਨਾਂ ਨੂੰ ਕੋਈ ਨਿਉਂਦਾ ਨਹੀਂ ਸੀ। ਵਰਬਲੀ ਉਹਨਾਂ ਨੂੰ ਕਹਿ ਕੇ ਨਾਲ ਲੈ ਗਏ, ਲਿਜਾਣਾ ਬਣਦਾ ਵਾ। ਗੱਲਬਾਤ ਦੇ ਵਿੱਚ ਉਹ ਸ਼ਾਮਲ ਹੋਏ,
ਅਸੀਂ ਕਹਿੰਦੇ ਆ ਵੀ ਪੂਰੇ ਦੇਸ਼ ਦੀਆਂ ਜਥੇਬੰਦੀਆਂ ਮੋਦੀ ਜੀ ਕਿਉਂ ਨਹੀਂ ਬੁਲਾਉਂਦੇ? 32 ਬੁਲਾ ਸਕਦੇ, 35 ਬੁਲਾ ਸਕਦੇ ਆ, ਤੇ ਬਾਕੀਆਂ ਦੇ ਨਾਲ ਕੀ ਵੈਰ ਵਾ? ਇੱਥੇ ਮੇਰੇ ਕੋਲੇ ਕੱਲ ਸਟੇਜ ਤੇ ਰਾਜਸਥਾਨ ਦੀ ਜਥੇਬੰਦੀ ਦੇ ਆਗੂ, MP ਦੇ ਜਥੇਬੰਦੀ ਦੇ ਆਗੂ, ਯੂਪੀ ਦੀਆਂ ਜਥੇਬੰਦੀ ਦੇ ਆਗੂ ਆਏ ਆ, ਜਿਹੜੇ ਇੱਥੇ ਆਣ ਕੇ ਸਾਡੇ ਨਾਲ ਗੱਲਬਾਤ ਕਰ ਗਏ ਆ। ਤੇ ਉਹ ਇਸ ਕਰਕੇ ਗੱਲਬਾਤ ਕਰ ਗਏ ਆ ਕਿਉਂਕਿ ਅਸੀਂ ਤਾਲਮੇਲ ਦੇ ਵਿੱਚ ਵਾਂ। ਉਹ ਸੋਚ ਰਹੇ ਆ ਵੀ ਪੂਰਾ ਦੇਸ਼ ਜਦੋਂ ਇੱਕ ਪਲੇਟਫਾਰਮ ਤੇ ਖੜਾ ਇਸ ਕੌਮੀ ਅੰਦੋਲਨ ਦੇ ਵਿੱਚ, ਤੇ ਫਿਰ ਸਰਕਾਰ ਇਹਨੂੰ ਅਲੱਗ-ਅਲੱਗ ਨਜ਼ਰੀਏ ਨਾਲ ਕਿਉਂ ਵੇਖ ਰਹੀ ਆ? ਸੋ ਮਤਲਬ ਜੇ ਤੁਹਾਨੂੰ ਵੀ ਸੱਦਾ ਆਉਂਦਾ ਹੈ ਤੇ ਤੁਸੀਂ ਵੀ ਇਸ ਬੈਠਕਾਂ ਦੇ ਵਿੱਚ ਸ਼ਾਮਲ ਹੋਵੋਗੇ? ਜੇਕਰ 500 ਜਥੇਬੰਦੀਆਂ ਬੁਲਾਈਆਂ ਜਾਂਦੀਆਂ, ਜਿਹੜੀਆਂ 500 ਤੋਂ ਪਲੱਸ ਨੇ ਦੇਸ਼ ਦੀਆਂ ਪੂਰੀ ਜਥੇਬੰਦੀਆਂ, ਉਹਨਾਂ ਨੂੰ ਬੁਲਾ ਕੇ ਮੋਦੀ ਜੀ ਖੁਦ ਮੀਟਿੰਗ ਲੈਂਦੇ ਆ ਤੇ ਕੋਈ ਏਜੰਡਾ ਪਹਿਲਾਂ ਆ ਜਾਂਦਾ ਵੀ ਇਹਨਾਂ ਬਿੱਲਾਂ ਦਾ ਕਰਨਾ ਕੀ ਆ, ਫਿਰ ਅਸੀਂ ਵੀ ਫੈਸਲਾ ਕਰਾਂਗੇ ਵੀ ਅਸੀਂ ਸ਼ਾਮਲ ਹੋਣਾ। ਕੋਈ ਹੋਰ ਮੰਗ ਤੁਹਾਡੀ, ਕਿਉਂਕਿ ਜਿੱਦਾਂ ਤੁਸੀਂ ਇਹ ਗੱਲ ਆਖ ਰਹੇ ਹੋ ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਸਰਕਾਰ ਕਹਿੰਦੀ ਰਾਤਾ ਅਸੀਂ ਕਾਨੂੰਨ ਨਹੀਂ ਕਰਾਂਗੇ, ਕੋਈ ਰਾਹ ਦੇਖਦੇ ਹੋ ਤੁਸੀਂ? ਵਿੱਚ ਦਾ ਕੋਈ ਰਾਹ ਨਿਕਲਦਾ ਹੈਗਾ? ਇੱਕ ਸਰਕਾਰ ਚੌਥਾ ਬਿੱਲ ਲੈ ਕੇ ਆਵੇ, ਉਹ ਚੌਥੇ ਬਿੱਲ ਦੇ ਵਿੱਚ ਪ੍ਰਾਵਧਾਨ ਇਹ ਹੋਵੇ ਵੀ MSP ਸਰਕਾਰ ਜਿਹੜੀ ਉਹ ਜਾਰੀ ਰੱਖੂ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਭਾਅ ਮਿਲਣਗੇ, ਸਾਰੀਆਂ ਦੀਆਂ ਸਾਰੀਆਂ ਫਸਲਾਂ ਚੁੱਕਣ ਦੀ ਗਰੰਟੀ ਹੋਵੇਗੀ। ਜਿਹੜਾ ਵੀ ਕੋਈ ਵਪਾਰੀ ਮਿੱਥੇ ਹੋਏ ਭਾਅ ਤੋਂ ਘੱਟ ਫਸਲ ਖਰੀਦੇ, ਉਹਦੇ ਤੇ ਉਦੋਂ FIR ਦਰਜ ਕਰਕੇ ਉਹਨੂੰ ਜੁਰਮਾਨਾ ਤੇ ਜੇਲ੍ਹ ਜਾਣ ਦੀ ਗਰੰਟੀ ਹੋਵੇ। ਇਹ ਇੱਕ ਚੌਥਾ ਬਿੱਲ ਆਵੇ, ਨਾ ਕਿ ਇਹਦੇ ਵਿੱਚ ਇੱਕ ਲੈਣ ਦਾ ਵਾਅਦਾ ਕੀਤਾ ਜਾਵੇ। ਚੌਥੇ ਬਿੱਲ ਦੇ ਨਾਲ ਇਹ ਸਰ ਸਕਦਾ ਵਾ, ਪਰ ਸਰਕਾਰ ਇਹ ਤੇ ਅਜੇ ਸੀਰੀਅਸ ਨਹੀਂ। ਕਿਸਾਨ ਜਿਹੜੀ ਮੰਗ ਕਰ ਰਹੇ ਨੇ, ਕੀ ਇਹ ਲੱਗਦਾ ਹੈ ਤੁਹਾਨੂੰ ਜ਼ਮੀਨੀ ਪੱਧਰ ਤੇ ਲਾਗੂ ਹੋ ਸਕਦੀ ਹੈ ਮੰਗ? ਕਿਉਂਕਿ MSP ਦੀ ਜਿਹੜੀ ਮੰਗ ਹੈਗੀ ਹੈ, ਲਗਭਗ ਆਈ ਥਿੰਕ 6% ਕਿਸਾਨਾਂ ਨੂੰ ਹੀ ਇਹ MSP ਮਿਲਦਾ ਹੈ। ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਨੂੰ ਜ਼ਿਆਦਾ ਮਿਲਦਾ ਹੈ। ਜੇ ਕਾਨੂੰਨ ਬਣ ਗਿਆ ਤੇ ਦੂਜੇ ਸੂਬਿਆਂ ਦੇ ਵਿੱਚ ਵੀ ਉਹਨਾਂ ਨੂੰ MSP ਦੇਣਾ ਪਏਗਾ। ਤੁਹਾਨੂੰ ਲੱਗਦਾ ਹੈ ਕਿ ਸਰਕਾਰ ਇਸ ਕਰਕੇ ਟਾਲਾ ਵੱਟ ਰਹੀ ਹੈ ਕਿ ਤੇ ਦੂਜੇ ਸੂਬਿਆਂ ਦੇ ਕਿਸਾਨ ਨਾ ਉੱਠ ਖੜੇ ਹੋਣ? ਇਹੀ ਤਾਂ ਭੁਲੇਖਾ ਕੱਢਣਾ ਚਾਹ ਰਹੇ ਆ। ਇਹੀ ਭੁਲੇਖਾ ਵਾ ਵੀ ਇਹ ਸਾਨੂੰ ਫਾਇਦੇ ਗਿਣਾ ਰਹੇ ਆ ਵੀ ਇਹਨਾਂ ਕਾਨੂੰਨਾਂ ਦੇ ਫਾਇਦੇ ਬੜੇ ਆ। ਜੇ ਫਾਇਦੇ ਬਹੁਤ ਵੱਧ, 14 ਸਾਲ ਪਹਿਲਾਂ ਮੰਡੀ ਟੁੱਟੀ ਆ ਬਿਹਾਰ ਦੇ ਵਿੱਚ, ਉੱਥੋਂ ਦਾ 5 ਏਕੜ ਦਾ ਕਿਸਾਨ ਪੰਜਾਬ ਦੇ ਵਿੱਚ ਜਾ ਕੇ 2 ਏਕੜ ਦੇ ਕਿਸਾਨ ਦੀ ਮਾਲਕੀ ਤੇ ਝੋਨਾ ਲਾ ਕੇ ਆਉਂਦਾ ਵਾ, ਧਾਨ ਲਾ ਕੇ ਆਉਂਦਾ ਵਾ। ਜੇ ਇੰਨਾ ਮਤਲਬ ਇਹ ਬਿੱਲ ਚੰਗੇ ਹੀ, ਫਿਰ ਉਹ ਇੱਥੇ ਕਿਸਾਨ ਆਪਣੇ ਘਰ ਮਾਲਾ ਮਾਲ ਕਿਉਂ ਨਹੀਂ ਹੋਇਆ? ਅਸੀਂ ਚਾਹੁੰਦੇ ਹਾਂ ਵੀ ਪੂਰੇ ਦੇਸ਼ ਦੇ ਕਿਸਾਨ ਨੂੰ ਵੰਡ ਕੇ ਨਜ਼ਰ ਵੇਖਿਆ ਜਾਵੇ, ਇੱਕ ਨਜ਼ਰ ਨਾਲ ਵੇਖ ਕੇ। ਜਿਹੜੇ ਵੀ ਕਿਸਾਨ ਖੇਤੀ ਕਰਦੇ ਆ ਉਹ ਇੱਕ ਨੇ, ਉਹਨਾਂ ਦੀ ਲੁੱਟ ਨਾ ਕਾਰਪੋਰੇਟ ਜਗਤ ਤੋਂ ਕਰਵਾਈ ਜਾਵੇ। ਇਸ ਕਰਕੇ ਅਸੀਂ ਸਾਡੀ ਮੰਗ ਆ ਵੀ ਪੂਰੇ ਦੇਸ਼ ਦੀਆਂ ਜਥੇਬੰਦੀਆਂ ਨੂੰ ਬੁਲਾਓ, ਪੂਰੀਆਂ ਫਸਲਾਂ ਦੀ ਚੁੱਕਣ ਦੀ ਗਰੰਟੀ, ਤੇ ਕਾਰਪੋਰੇਟ ਜਗਤ ਇੱਕ ਕੁੰਡਾ ਖੜਾ ਕਰ ਦਿਓ ਜਿਹਦੇ ਨਾਲ ਉਹ ਘੱਟ ਰੇਟ ਤੇ ਫਸਲ ਨਾ ਖਰੀਦਣ। ਇਸ ਸਾਲ ਯੂਪੀ ਦੇ ਵਿੱਚੋਂ, ਬਿਹਾਰ ਦੇ ਵਿੱਚੋਂ 900 ਰੁਪਏ ਝੋਨਾ ਜਾ ਕੇ 1888 ਰੁਪਏ ਉੱਥੇ ਭਾਅ ਹੀ। ਵਪਾਰੀਆਂ ਨਾਲ ਮਿਲ ਕੇ, ਆੜਤੀਆਂ ਨਾਲ ਮਿਲ ਕੇ, ਮਤਲਬ ਲਟੇਰਿਆਂ ਨਾਲ ਮਿਲ ਕੇ ਉੱਥੇ 1500 ਨੂੰ ਮੰਡੀ ਨੂੰ ਉਤਾਰ ਕੇ, ਬਾਕੀ ਜਿਹੜੀ 388 ਰੁਪਏ ਦੀ ਉੱਥੇ ਲੁੱਟ ਹੋਈ ਆ। 10,000 ਕਰੋੜ ਦਾ ਝੋਨਾ ਉਹ ਜਾ ਕੇ ਪੰਜਾਬ ਦੇ ਵਿੱਚ ਵਿਕਿਆ, ਜਿਹਦੇ ਵਿੱਚੋਂ ਆਪਣਾ 3500 ਕਰੋੜ ਦਾ ਕਾਲਾ ਧਨ ਜਿਹੜਾ ਵਾ ਉਹ ਵਪਾਰੀਆਂ ਕੋਲੇ, ਦੂਜਾ ਤੀਜਾ ਕੋਲੇ ਗਿਆ ਵਾ। ਇਸ ਕਰਕੇ ਇਹ ਕਹਿਣਾ ਚਾਹੁੰਦੇ ਆ ਵੀ ਇਹ ਜਿਹੜੀ ਲੁੱਟ ਵਾ, ਲੁੱਟ ਦੀ ਮੰਡੀ ਨਾਲ ਕਿਸਾਨ ਨੂੰ ਸਮਝਿਆ ਜਾਵੇ, ਅੰਨਦਾਤੀ ਨੂੰ ਅਣਗੌਲਿਆਂ ਕਰਨਾ ਬੁਰੀ ਬਾਤ ਆ। ਜੀ ਬਿਲਕੁਲ, ਤੁਸੀਂ ਸੁਣਿਆ ਕਿ ਕਿਸਾਨ ਆਗੂ ਦਾ ਕਹਿਣਾ ਹੈਗਾ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਉਹ ਰੱਦ ਨਹੀਂ ਕਰਾਂਗੇ, ਪਰ ਵਿੱਚ ਦਾ ਰਾਹ ਇਹ ਨਿਕਲਦਾ ਜ਼ਰੂਰ ਹੈਗਾ ਕਿ ਜੇ MSP ਦੀ ਛੋਟੀ ਦਿੰਦੀ ਹੈ ਸਰਕਾਰ, MSP ਮਤਲਬ ਇਹ ਹੈ ਕਿ ਜਿਹੜੀ ਕਿਸਾਨ ਦੀ ਆਰਥਿਕ ਹਿੱਤ ਦੀ ਰੱਖਿਆ, ਕਿਸਾਨ ਨੂੰ ਇਹ ਭਰੋਸਾ ਦਿੱਤਾ ਜਾਂਦਾ ਹੈ ਕਿ ਜਿਹੜੀ ਤੁਸੀਂ ਫਸਲ ਬੀਜੋਗੇ ਅਸੀਂ ਘੱਟੋ ਘੱਟ ਸਮਰਥਨ ਮੁੱਲ ਤੇ ਚੱਕਾਂਗੇ। ਜੇ ਨਹੀਂ ਚੱਕਦੇ ਤਾਂ ਕਿਸਾਨਾਂ ਦੀ ਮੰਗ ਹੈ ਕਿ ਇਸ ਨੂੰ ਅਪਰਾਧ ਮੰਨਿਆ ਜਾਵੇ ਤੇ ਉਸ ਬੰਦੇ ਨੂੰ ਸਜ਼ਾ ਵੀ ਦਿੱਤੀ ਜਾਵੇ। ਪਰ ਦੂਜੇ ਪਾਸੇ ਜ਼ੁਬਾਨੀ ਤੌਰ ਤੇ ਤਾਂ ਸਰਕਾਰ ਇਹ ਛੋਟੀ ਦੇ ਰਹੀ ਹੈ ਕਿ ਅਸੀਂ MSP ਖਤਮ ਨਹੀਂ ਕਰਾਂਗੇ, ਪਰ ਲਿਖਤੀ ਤੌਰ ਤੇ, ਕਾਨੂੰਨ ਦੇ ਤੌਰ ਤੇ ਇਸ ਨੂੰ ਕਾਨੂੰਨ ਬਣਾਉਣ ਲਈ ਸਰਕਾਰ ਰਾਜੀ ਨਹੀਂ ਲੱਗ ਰਹੀ। ਕਿਉਂਕਿ ਬਹੁਤ ਸਾਰੀਆਂ ਫਸਲਾਂ ਹੈਗੀਆਂ ਨੇ, ਲਗਭਗ 23 ਫਸਲਾਂ ਦੇ ਉੱਤੇ MSP ਹੈਗਾ, ਪਰ ਰਿਐਲਿਟੀ ਹੈਗੀ ਕਿ ਝੋਨਾ ਤੇ ਕਣਕ ਦੇ ਉੱਤੇ ਜ਼ਿਆਦਾਤਰ MSP ਮਿਲਦਾ ਹੈਗਾ। ਉਹ ਵੀ ਕਈ ਵਾਰੀ ਸਰਕਾਰਾਂ ਜਿਹੜਾ MSP ਘੱਟੋ ਘੱਟ ਸਮਰਥਨ ਮੁੱਲ ਐਲਾਨਦੀਆਂ ਨੇ ਉਹ ਵੀ ਨਹੀਂ ਮਿਲਦਾ ਹੈਗਾ। ਇਸ ਕਰਕੇ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਫਸਲ ਹੈਗੀ ਹੈ, ਸਾਨੂੰ ਇਸ ਚੀਜ਼ ਦੀ ਸ਼ੋਰਟੀ ਦਿੱਤੀ ਹੈ ਕਿ ਅਸੀਂ ਜਿਹੜੀ ਫਸਲ ਬੀਜ ਰਹੇ ਹਾਂ ਉਹ ਸਾਡੀ ਸਰਕਾਰ ਸਰਕਾਰੀ ਖਰੀਦ ਦੇ ਉੱਤੇ ਚੱਕੇਗੀ। ਪੰਜਾਬ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਕਿਸਾਨ ਰੇਲ ਟਰੈਕਾਂ ਉੱਤੇ ਬੈਠੇ ਰਹੇ, ਮਾਲ ਗੱਡੀਆਂ ਬੰਦ ਰਹੀਆਂ, ਯਾਤਰੀ ਰੇਲਾਂ ਬੰਦ ਰਹੀਆਂ। ਕਿਸਾਨਾਂ ਨੇ ਬਾਅਦ ਦੇ ਵਿੱਚ ਮਾਲ ਗੱਡੀਆਂ ਨੂੰ ਇਜਾਜ਼ਤ ਦੇ ਦਿੱਤੀ, ਲੇਕਿਨ ਕੇਂਦਰ ਸਰਕਾਰ ਦਬਾਅ ਬਣਾਉਂਦੀ ਰਹੀ, ਅਸੀਂ ਯਾਤਰੀ ਗੱਡੀਆਂ ਦੀ ਵੀ ਇਜਾਜ਼ਤ ਤਾਂ ਅਸੀਂ ਮਾਲ ਗੱਡੀਆਂ ਚਲਾਵਾਂਗੇ। ਉਸ ਤੋਂ ਬਾਅਦ ਯਾਤਰੀ ਗੱਡੀਆਂ ਦੀ ਵੀ ਇਜਾਜ਼ਤ ਦਿੱਤੀ ਗਈ, ਲੇਕਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੜੀ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਮਾਲ ਗੱਡੀਆਂ ਨੂੰ ਤਾਂ ਅਸੀਂ ਇਜਾਜ਼ਤ ਦੇਵਾਂਗੇ, ਪਰ ਅਸੀਂ ਯਾਤਰੀ ਰੇਲਾਂ ਨੂੰ ਇਜਾਜ਼ਤ ਨਹੀਂ ਦੇਵਾਂਗੇ। ਸੋ ਆਗੂ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੁਖਵਿੰਦਰ ਸਿੰਘ ਜੀ ਨਾਲ। ਸੁਖਵਿੰਦਰ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਦੋਂ ਦੂਜੀਆਂ ਜਥੇਬੰਦੀਆਂ ਨੇ ਫੈਸਲਾ ਕਰ ਲਿੱਤਾ ਕਿ ਅਸੀਂ ਟਰੈਕ ਛੱਡ ਦੇਵਾਂਗੇ ਮਾਲ ਗੱਡੀਆਂ ਵਾਸਤੇ, ਯਾਤਰੀ ਗੱਡੀਆਂ ਵਾਸਤੇ, ਤੁਸੀਂ ਕਿਉਂ ਅੜੇ ਹੋਏ ਹੋ? ਦੇਖੋ ਜੀ, ਸਾਡਾ ਅੰਦੋਲਨ ਜਿਹੜਾ ਵਾ 24 ਸਤੰਬਰ ਤੋਂ ਸ਼ੁਰੂ ਹੋਇਆ, ਅੱਜ 72ਵੇਂ ਦਿਨ ਦੇ ਵਿੱਚ ਚੱਲ ਰਿਹਾ ਵਾ ਗਹਿਰੀ ਮੰਡੀ ਜੰਡਿਆਲਾ।
ਜਥੇਬੰਦੀਆਂ ਦੇ ਨਾਲ ਤਾਲਮੇਲਵਾਂ ਹੋਇਆ ਸਾਡਾ 1 ਅਕਤੂਬਰ ਤੋਂ, ਜਦੋਂ ਸਾਰੀਆਂ ਜਥੇਬੰਦੀਆਂ ਲੜਾਈ ਦੇ ਮੈਦਾਨ ਦੇ ਵਿੱਚ ਆ ਗਈਆਂ ਤੇ ਰੇਲਵੇ ਟਰੈਕ ਪੱਕੇ ਤੌਰ ਤੇ ਜਾਮ ਕਰਨ ਦਾ ਪ੍ਰੋਗਰਾਮ ਬਣਾ ਲਿਆ। ਅਸੀਂ 1 ਅਕਤੂਬਰ ਤੋਂ ਸਾਰਾ ਹੀ ਆਪਣੇ ਵੱਡੇ ਭਾਈਆਂ ਨੂੰ ਉਹ ਸਮਰਪਿਤ ਕਰਤਾ ਅੰਦੋਲਨ ਵੀ ਅਸੀਂ ਨਾਲ ਬੈਠਾਂਗੇ ਜਿੰਨੀ ਦੇਰ ਚੱਲੂਗਾ। ਸਰਕਾਰ ਨੇ ਆਰਥਿਕ ਨਾਕੇਬੰਦੀਆਂ ਲਾ ਕੇ ਬਾਂਹ ਨੂੰ ਮਰੋੜਾ ਦੇ ਕੇ ਅੰਦੋਲਨ ਖਤਮ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਵੀ ਕੋਲਾ ਖਤਮ ਹੋ ਜਾਊਗਾ, ਖਾਦ ਆਉਣੀ ਆ। ਅਸੀਂ ਇਸ ਚੀਜ਼ ਨੂੰ ਨਹੀਂ ਮੰਨਿਆ। ਸਾਡੇ ਵੱਡੇ ਭਰਾਵਾਂ ਨੇ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਆਪਾਂ ਨੂੰ ਮਾਲ ਗੱਡੀਆਂ ਆਉਣ ਵਾਸਤੇ ਰਸਤਾ ਦੇ ਦੇਣਾ ਚਾਹੀਦਾ। 21 ਅਕਤੂਬਰ ਨੂੰ ਜਿਹੜਾ ਵਾ ਮਾਲ ਗੱਡੀਆਂ ਨੂੰ ਰਸਤਾ ਦੇ ਦਿੱਤਾ, ਪਰ ਸਰਕਾਰ ਨੇ, ਕੇਂਦਰ ਦੀ ਸਰਕਾਰ ਇੰਨੀ ਬਜੇਦਾ ਉਹਨਾਂ ਨੇ ਮਾਲ ਗੱਡੀਆਂ ਨਹੀਂ ਲਗਾਈਆਂ। ਉਹਨਾਂ ਦੇ ਮੰਤਰੀਆਂ ਦੇ ਬਿਆਨ ਆਉਂਦੇ ਰਹੇ ਆਪਣਾ ਵੀ ਕਿਸਾਨ ਪਾਵਰ ਹਾਊਸ ਨਹੀਂ ਗੇ, ਪਾਵਰ ਹਾਊਸ ਸਰਕਾਰ ਵਾ। ਅਸੀਂ ਕਹਿਣਾ ਚਾਹੁੰਦੇ ਵੀ ਪਾਵਰ ਹਾਊਸ ਲੋਕ ਨੇ ਜਿਹੜੇ ਵੋਟਾਂ ਦੇ ਕੇ ਚੁਣਦੇ ਆ, ਸਰਕਾਰਾਂ ਪਾਵਰ ਹਾਊਸ ਨਹੀਂ ਹੁੰਦੀਆਂ, ਇਹ ਮੰਜੀ ਮੁੱਦੀ ਹੁੰਦੇ ਆ, ਦੇਰ ਨਹੀਂ ਲੱਗਦੀ। ਜਦੋਂ ਫੈਸਲਾ ਹੋ ਗਿਆ 21 ਅਕਤੂਬਰ ਤੋਂ ਆਪਾਂ ਰੇਲਵੇ ਟਰੈਕ ਛੱਡ ਦੇਣੇ ਆ, ਅਸੀਂ ਵੀ ਰੇਲਵੇ ਟਰੈਕ ਜਿਹੜੇ ਉਹ ਮਾਲ ਗੱਡੀਆਂ ਲਈ ਖਾਲੀ ਕਰ ਦਿੱਤੇ। ਪਰ ਸਰਕਾਰ ਬਾਂਹ ਨੂੰ ਮਰੋੜਾ ਦਿੰਦੀ ਰਹੀ। ਆਰਥਿਕ ਪਾਬੰਦੀਆਂ ਜਿਹੜੀਆਂ ਉਹ ਜਾਰੀ ਰਹੀਆਂ। ਨਾਕੇਬੰਦੀ ਦੇ ਦੌਰਾਨ ਹੀ, ਆਰਥਿਕ ਨਾਕੇਬੰਦੀਆਂ ਦੇ ਦੌਰਾਨ ਹੀ ਰੇਲਾਂ ਚਲਾਉਣ ਦਾ ਜਿਹੜਾ ਉਹਨਾਂ ਨੇ ਆਪਣਾ ਪ੍ਰੋਸੀਜਰ ਰੱਖਿਆ। ਪਹਿਲੀ ਗੱਲ ਅਸੀਂ ਆਪਣੇ ਭਾਈਆਂ ਦੀ ਸਾਨੂੰ ਵਧੀਆ ਲੱਗੀ, ਮੰਨ ਲਈ। ਦੂਜੀ ਗੱਲ ਤੇ ਸਾਡੀ ਸਹਿਮਤੀ ਨਹੀਂ ਬਣੀ। ਉਹਨਾਂ ਨੇ 23 ਤਰੀਕ ਤੋਂ ਰੇਲ ਗੱਡੀਆਂ ਜਿਹੜੀਆਂ ਵਾ ਪੈਸੇਂਜਰ ਵੀ ਚਲਾਉਣ ਦੀ ਇਜਾਜ਼ਤ ਦੇ ਦਿੱਤੀ। ਅਸੀਂ ਕਿਹਾ ਵੀ ਅਸੀਂ ਨਹੀਂ ਇਹਨੂੰ ਮੰਨਦੇ। ਅਸੀਂ ਮਤਲਬ ਇੱਥੇ ਅੜ ਗਏ ਤੇ 24 ਤਰੀਕ ਨੂੰ ਸਰਕਾਰ ਨੇ, ਆਪਣੇ ਪ੍ਰਸ਼ਾਸਨ ਨੇ ਪੂਰੇ ਬਾਹੂਬਲ ਦੇ ਨਾਲ ਰੇਲਵੇ ਟਰੈਕ ਤੋਂ ਆਪਣੇ ਪੈਸੇਂਜਰ ਗੱਡੀ ਲਗਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਆਪਦਾ ਧਰਨਾ ਪ੍ਰਦਰਸ਼ਨ ਕੀਤਾ, ਹਜ਼ਾਰਾਂ ਦਾ ਇਕੱਠ ਹੋਇਆ। ਅੱਜ ਵੀ ਉੱਥੇ ਸਾਡਾ ਧਰਨਾ ਪ੍ਰਦਰਸ਼ਨ ਜਾਰੀ ਆ, ਕਿਉਂਕਿ ਅਸੀਂ ਉਸੇ ਦਿਨ ਐਲਾਨ ਕਰਤਾ ਹੈ ਵੀ ਮਾਲ ਗੱਡੀਆਂ ਲੰਘਾਵਾਂਗੇ, ਨਹੀਂ ਲੰਘਣ ਦਿੱਤੀਆਂ ਦੂਜੀਆਂ। 2 ਘੰਟੇ ਰੋਜ਼ਾਨਾ ਰੇਲਵੇ ਟਰੈਕ ਤੇ ਧਰਨਾ ਦੇਵਾਂਗੇ। ਪਰ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਤੁਹਾਨੂੰ ਮਤਲਬ ਇੱਥੋਂ ਮਾਲ ਗੱਡੀਆਂ ਹੀ ਗੁਜ਼ਰਨਗੀਆਂ, ਤੁਸੀਂ 2 ਘੰਟੇ ਵਾਲਾ ਜਿਹੜਾ ਵਾ ਉਹ ਪਿੱਛੇ ਲੈ ਜਾਓ। ਅੱਜ ਵੀ ਸਾਡਾ ਉੱਥੇ ਰੇਲਵੇ ਟਰੈਕ ਦੇ ਪਲੇਟਫਾਰਮ ਤੇ ਸਾਈਡ ਕਿਹੜੇ ਰੇਲਵੇ ਟਰੈਕ ਤੇ ਤੁਸੀਂ ਗਹਿਰੀ ਮੰਡੀ ਜੰਡਿਆਲਾ ਸਾਡਾ ਅੱਜ 72ਵੇਂ ਦਿਨ ਦੇ ਵਿੱਚ ਜਿਹੜਾ ਵਾ ਰੇਲਵੇ ਟਰੈਕ ਦਾ ਧਰਨਾ ਵੀ ਜਾਰੀ ਆ। ਇਹਦੇ ਬਾਰੇ ਵੀ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ ਵੀ ਜਿਹੜਾ ਵਾ ਪੂਰੇ ਆਪਣੇ ਦੇਸ਼ ਵੱਲੋਂ ਜਦੋਂ 5 ਨਵੰਬਰ ਦਾ ਜਿਹੜਾ ਵਾ ਉਹ ਚੱਕਾ ਜਾਮ ਦਾ ਸੱਦਾ ਆਇਆ 4 ਘੰਟੇ, ਉਹਦੇ ਵਿੱਚ ਹੀ ਸਾਡੀ ਜਥੇਬੰਦੀ ਨੇ ਪੁਰਅਮਨ ਤਰੀਕੇ ਦੇ ਨਾਲ ਪੂਰਾ ਹਿੱਸਾ ਲਿਆ, ਪੂਰੀ ਤਨਦੇਹੀ ਦੇ ਨਾਲ ਉਹਨੂੰ ਕਾਮਯਾਬ ਕੀਤਾ। 26-27 ਦਾ ਜੋ ਕੌਮੀ ਅੰਦੋਲਨ ਆ, ਦੇਸ਼ ਵਿਆਪੀ ਅੰਦੋਲਨ ਆ, ਉਹਦੇ ਵਿੱਚ ਵੀ ਹਿੱਸਾ ਲੈਣ ਵਾਸਤੇ ਅਸੀਂ ਆਏ ਹੋਏ ਹਾਂ ਤੇ ਬੈਠੇ ਹਾਂ। ਨਹੀਂ, ਗਹਿਰੀ ਮੰਡੀ ਜੰਡਿਆਲਾ ਦੇ ਵਿੱਚੋਂ ਕੀ ਹੁਣ ਯਾਤਰੀ ਟ੍ਰੇਨਾਂ ਨਹੀਂ ਲੰਘ ਰਹੀਆਂ? ਨਹੀਂ ਲੰਘ ਰਹੀਆਂ, ਯਾਤਰੀ ਟ੍ਰੇਨਾਂ ਨਹੀਂ ਲੰਘ ਰਹੀਆਂ, ਉੱਥੋਂ ਕੇਵਲ ਮਾਲ ਗੱਡੀਆਂ ਜਿਹੜੀਆਂ ਉਹ ਗੁਜ਼ਰ ਰਹੀਆਂ। ਫਿਰ ਕੀ ਸਰਕਾਰ ਨੇ ਕੀ ਹੱਲ ਕੱਢਿਆ? ਜਿਹੜੀ ਟ੍ਰੇਨਾਂ ਪਿੱਛੋਂ ਚੱਲ ਰਹੀਆਂ ਨੇ ਯਾਤਰੀ ਟ੍ਰੇਨਾਂ, ਉਹ ਵਾਇਆ ਕੀ ਰੱਖਿਆ ਉਹਨਾਂ ਦਾ? ਕੋਈ ਉਹਨਾਂ ਨੇ ਵਾਇਆ ਬਦਲਿਆ ਵਾ, ਤਰਨਤਾਰਨ ਵਾਇਆ ਵੀ ਚੱਲਦਾ ਵਾ, ਆਪਣਾ ਜੰਮੂ ਕਸ਼ਮੀਰ ਨੂੰ ਪਠਾਨਕੋਟ ਵਾਇਆ ਵੀ ਚੱਲਦਾ ਵਾ। ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਦਾ, ਕਿਉਂਕਿ ਜਿਹੜੀਆਂ ਰੇਲਾਂ ਚੱਲਦੀਆਂ ਨੇ ਜਦੋਂ, ਤੇ ਉਹਨਾਂ ਨਾਲ ਆਮ ਜਿਹੜੇ ਯਾਤਰੀ ਹੈਗੇ ਨੇ ਉਹਨਾਂ ਨੂੰ ਫਾਇਦਾ ਹੁੰਦਾ ਹੈ, ਕਿਉਂਕਿ ਰੇਲਾਂ ਦਾ ਕਿਰਾਇਆ ਸਸਤਾ ਹੁੰਦਾ ਹੈ। ਤੇ ਤੁਹਾਨੂੰ ਨਹੀਂ ਲੱਗਦਾ ਕਿ ਜੇ ਤੁਸੀਂ ਰੇਲਾਂ ਹੀ ਬੰਦ ਕਰ ਦੋਗੇ ਤੇ ਇੱਥੇ ਪੰਜਾਬ ਦੇ ਵਿੱਚ ਤਾਂ ਪ੍ਰਾਈਵੇਟ ਜਿਹੜੀ ਗੱਡੀਆਂ ਚੱਲਦੀਆਂ ਨੇ ਉਹ ਸਿਆਸਤਦਾਨਾਂ ਦੀ ਚੱਲਦੀਆਂ ਨੇ? ਪਹਿਲਾਂ ਤਾਂ ਖਬਰਾਂ ਇਹ ਰਹੀਆਂ ਨੇ ਕਿ ਜੇ ਹੁਣ ਲੋਕ ਬੱਸਾਂ ਦੇ ਵਿੱਚ ਸਫ਼ਰ ਕਰਨਗੇ, ਉਹ ਵੀ ਤਾਂ ਪੈਸਾ ਸਿਆਸਤਦਾਨਾਂ ਦੀ ਜੇਬਾਂ 'ਚ ਜਾਏਗਾ। ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਫੈਸਲੇ ਦੇ ਨਾਲ ਉਲਟਾ ਸਿਆਸਤਦਾਨਾਂ ਨੂੰ ਫਾਇਦਾ ਹੋ ਰਿਹਾ? ਦੇਖੋ ਜੀ, ਸਾਡੇ ਦੇਸ਼ ਦੀ ਸਰਕਾਰ ਦੀ ਦੋਹਰੀ ਮਾਨਸਿਕਤਾ ਵਾ। ਇਸ ਅੰਦੋਲਨ ਨੂੰ 26 ਤਰੀਕ ਨੂੰ ਇੱਥੇ ਕਰਨ ਤੋਂ ਰੋਕਿਆ ਗਿਆ ਸੀ, ਕਿਉਂਕਿ ਇੱਥੇ ਕਰੋਨਾ ਬਹੁਤ ਫਿਰਦਾ, ਕਰੋਨਾ ਬਹੁਤ ਆ ਵੀ ਤੁਸੀਂ ਅੰਦੋਲਨ ਕਰਨ ਨਾ ਆਇਓ। ਹੁਣ ਤੁਸੀਂ ਦੱਸੋ ਵੀ ਕਰੋਨਾ ਜੇ ਦਿੱਲੀ ਦੇ ਵਿੱਚ ਫਿਰਦਾ, ਜਿਹੜੀਆਂ ਦਿੱਲੀ ਦੇ ਵਿੱਚ ਦੀ ਹੋ ਕੇ ਜਾਂ ਦਿੱਲੀ ਦੇ ਵਿੱਚ ਆ ਕੇ ਪੈਸੇਂਜਰ ਗੱਡੀਆਂ ਆਉਣਗੀਆਂ ਜਾਂ ਜਾਣਗੀਆਂ, ਉਹਨਾਂ ਰਾਹੀਂ ਕਰੋਨੇ ਦਾ ਆਦਾਨ ਪ੍ਰਦਾਨ ਨਹੀਂ ਹੋਊਗਾ, ਕਰੋਨਾ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਨਹੀਂ ਜਾਊਗਾ। ਇਹ ਕੀ ਮਾਨਸਤਾ ਵਾ, ਸਣਕੀ ਮਾਨਸਤਾ ਦਾ ਅਸੀਂ ਸਾਨੂੰ ਤਾਂ ਕੋਈ ਸਮਝ ਨਹੀਂ ਲੱਗ ਰਹੀ ਵੀ ਸਰਕਾਰ ਸਾਡੀ ਕਰ ਕੀ ਰਹੀ ਆ। ਕਦੀ ਥਾਲੀ, ਕਦੀ ਤਾਲੀ, ਕਦੀ ਦੀਵਾ, ਕਦੀ ਮੋਮਬੱਤੀ। ਇਹ ਕਿੱਥੇ ਫਿਰਦੇ ਆ? ਮਤਲਬ ਆਧੁਨਿਕਤਾ ਦੇ ਯੁੱਗ ਦੇ ਵਿੱਚ ਕਿੱਥੇ ਪਹੁੰਚ ਗਿਆ? ਕੀ ਕਰ ਰਹੇ ਆ? ਜੇ ਕਰੋਨਾ ਹੈ ਫਿਰ ਪੈਸੇਂਜਰ ਗੱਡੀਆਂ ਜਿਹੜੀਆਂ ਦਿੱਲੀ ਤੋਂ ਪੰਜਾਬ ਜਾਣਗੀਆਂ ਉਹ ਕਰੋਨੇ ਦੀਆਂ ਭਰ ਕੇ ਨਹੀਂ ਜਾਣਗੀਆਂ। ਜੇ ਦਿੱਲੀ ਪੰਜਾਬ ਤੋਂ ਆਪਣਾ ਯਾਤਰੂ ਜਿਹੜੇ ਉਹ ਦਿੱਲੀ ਆਉਣਗੇ, ਉਹ ਇੱਥੇ ਆਣ ਕੇ ਕਰੋਨਾ ਪੀੜਤ ਨਹੀਂ ਹੋਣਗੇ। ਇਹ ਦੋਹਰੀ ਮਾਨਸਿਕਤਾ ਰੱਖ ਕੇ ਸਰਕਾਰ ਚੱਲ ਰਹੀ ਆ। ਰੇਲਾਂ ਪਹਿਲਾਂ ਵੀ 4 ਮਹੀਨੇ ਬੰਦ ਰਹੀਆਂ ਵਾ ਔਰ ਨਜਾਇਜ਼ ਰੱਖੀਆਂ ਗਈਆਂ। ਅਸੀਂ ਕਹਿੰਦੇ ਕਰੋਨਾ ਹੈ ਨਹੀਂ। ਫੈਸਲੇ ਦੇ ਨਾਲ, ਤੁਹਾਡੇ ਫੈਸਲੇ ਦੇ ਨਾਲ ਸਿਆਸਤਦਾਨਾਂ ਨੂੰ ਫਾਇਦਾ ਹੋ ਰਿਹਾ ਹੈ? ਪੈਸਾ ਉਹਨਾਂ ਦੀ ਜੇਬ ਵਿੱਚ ਵੇਖੋ ਜੀ, ਲੋਕਾਂ ਨੇ ਪਹਿਲਾਂ ਵੀ ਸਫ਼ਰ ਕੱਟ ਕੀਤਾ ਹੋਇਆ। ਰੇਲ ਗੱਡੀਆਂ ਜਿਹੜੀਆਂ ਜਾ ਵੀ ਰਹੀਆਂ ਉਹ ਖਾਲੀ ਜਾ ਰਹੀਆਂ, ਤੁਸੀਂ ਚੈੱਕ ਕਰ ਲਓ। ਪਰ ਅਸੀਂ ਕਹਿੰਦੇ ਆ ਜਿੰਨਾ ਨੁਕਸਾਨ ਹੋ ਰਿਹਾ ਲੱਗਦਾ ਵਾ, ਇਹਦੇ ਨਾਲੋਂ ਵੱਡਾ ਨੁਕਸਾਨ ਉਸ ਦਿਨ ਹੋਣਾ ਜਿਸ ਦਿਨ ਪੂਰੀ ਤਰ੍ਹਾਂ ਇਹ ਬਿੱਲ ਸਥਾਪਿਤ ਹੋ ਗਏ। ਵੱਡਿਆਂ ਹਿੱਤਾਂ, ਵਡੇਰੇ ਹਿੱਤਾਂ ਵਾਸਤੇ ਕੋਈ ਸਾਨੂੰ ਨੁਕਸਾਨ, ਕੁਝ ਮੁਸ਼ਕਲਾਂ ਚੱਲ ਲੈਣੀਆਂ, ਠੀਕ ਰਹਿਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜਿੱਦਾਂ ਦਾ ਇਹਨਾਂ ਨੇ ਬਿੱਲ ਲੈ ਕੇ ਆਂਦੇ ਆ, ਇਹਦੇ ਨਾਲ ਕਾਰਪੋਰੇਟ ਜਗਤ ਨੇ ਸਥਾਪਿਤ ਹੋ ਕੇ, ਦੇਸ਼ੀ ਵਿਦੇਸ਼ੀ ਕੰਪਨੀਆਂ ਨੇ ਸਥਾਪਿਤ ਹੋ ਕੇ ਸਾਡੇ ਦੇਸ਼ ਨੂੰ ਫਿਰ ਤੋਂ ਗੁਲਾਮ ਕਰ ਲੈਣਾ ਵਾ। ਇੱਥੇ ਇੱਕ ਰਾਜਾ ਤੇ ਬਾਕੀ ਗੁਲਾਮ ਵਾਲੀ ਸਥਿਤੀ ਜਿਹੜੀ ਉਹ ਬਣ ਜਾਣੀ ਆ। ਇਸ ਕਰਕੇ ਕਹਿਣਾ ਚਾਹੁੰਦੇ ਆ ਵੀ ਜਿਹੜੇ ਯਾਤਰੂ ਪਰੇਸ਼ਾਨ ਹੋ ਰਹੇ ਆ, ਉਹਨਾਂ ਨੂੰ ਸਾਡੀ ਅਪੀਲ ਵਾ ਵੀ ਉਹ ਇਹ ਪਰੇਸ਼ਾਨੀ ਨੂੰ ਸਮਝਦਿਆਂ ਹੋਇਆਂ ਸਰਕਾਰ ਤੇ ਜ਼ੋਰ ਪਾਉਣ, ਸਰਕਾਰ ਤੇ ਪ੍ਰੈਸ਼ਰ ਪਾਉਣ, ਇਹਨਾਂ ਸੰਘਰਸ਼ਾਂ ਨਾਲ ਜੁੜਨ, ਤਾਂ ਜੋ ਅਸੀਂ ਆਪਣੇ ਦੇਸ਼ ਦੀ ਹੋਂਦ
ਨੂੰ ਬਚਾ ਸਕੀਏ, ਆਪਣੀ ਹੋਂਦ ਨੂੰ ਬਚਾ ਸਕੀਏ। ਪੰਜਾਬ ਦੀਆਂ ਜਿਹੜੀਆਂ ਹੋਰ ਕਿਸਾਨ ਜਥੇਬੰਦੀਆਂ ਨੇ, ਦੇਸ਼ ਦੀਆਂ ਜਿਹੜੀਆਂ ਹੋਰ ਕਿਸਾਨ ਜਥੇਬੰਦੀਆਂ ਨੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਨਾਂ ਨੂੰ ਕੀ ਸੱਦਾ ਦੇਣਾ ਚਾਹੁੰਦੀ ਹੈ, ਕੀ ਮੈਸੇਜ ਦੇਣਾ ਚਾਹੁੰਦੀ ਹੈ ਕਿ ਕਿਵੇਂ ਇਹ ਜਿਹੜੀ ਲੜਾਈ ਹੈਗੀ ਜਿੱਤੀ ਜਾ ਸਕਦੀ ਹੈ? ਸਾਡੀ ਸਾਰੀ ਜਥੇਬੰਦੀਆਂ ਨੂੰ, ਪੂਰੇ ਦੇਸ਼ ਦੇ ਲੋਕਾਂ ਨੂੰ, ਪੂਰੇ ਪੜ੍ਹੇ ਲਿਖੇ ਵਰਗ ਨੂੰ ਅਪੀਲ ਵਾ ਵੀ ਇਸ ਟਾਈਮ ਤੇ ਸਰਕਾਰ ਦੀ ਨੀਤੀ ਨੂੰ ਸਮਝਦਿਆਂ ਆ, ਜੋ ਘਸੀਆਂ ਪਿੱਟੀਆਂ ਨੀਤੀਆਂ ਵਾ ਯੂਰਪ ਕੰਟਰੀਆਂ ਦਾ, ਉਹਨਾਂ ਨੂੰ ਲਿਆ ਕੇ ਤੇ ਸਾਡੇ ਤੇ ਥੋਪਿਆ ਜਾ ਰਿਹਾ ਵਾ। ਅੱਜ ਆਪਾਂ ਨੂੰ ਇੱਕ ਪਲੇਟਫਾਰਮ ਮੱਲ ਕੇ ਸਰਗਰਮ ਭੂਮਿਕਾ ਨਿਭਾਉਣ ਦੀ ਲੋੜ ਆ, ਤਾਂ ਜੋ ਸਰਕਾਰ ਨੂੰ ਉਹਦੇ ਘਰ ਤੱਕ ਛੱਡ ਆਈਏ ਜਿੱਥੋਂ ਸਰਕਾਰ ਆਈ ਸੀ, ਫਿਰ ਦੇਸ਼ ਬਚੂਗਾ। ਸਰਗਰਮ ਭੂਮਿਕਾ ਕਿਸ ਢੰਗ ਨਾਲ ਨਿਭਾਉਣਾ ਚਾਹੁੰਦੇ ਤੁਸੀਂ? ਇਹ ਸੰਘਰਸ਼ ਦੇ ਰਾਹ 'ਤੇ ਪੈ ਕੇ, ਹੋਰ ਤਾਂ ਕੋਈ ਤਰੀਕਾ ਹੀ ਨਹੀਂ। ਪਰ ਅਖੀਰ ਵਿੱਚ ਬਹਿਣਾ ਤਾਂ ਟੇਬਲ ਦੇ ਉੱਤੇ ਪੈਣਾ ਨੇ, ਗੱਲਬਾਤ ਤਾਂ ਕਰਨੀ ਪੈਣੀ ਹੈ। ਦੇਖੋ ਜੀ, ਜਿੰਨੇ ਵੀ ਮਸਲੇ ਹੁਣ ਤੱਕ ਹੱਲ ਹੋਏ ਆ ਜਾਂ ਅੱਗੇ ਹੋਣਗੇ, ਉਹ ਟੇਬਲ ਟਾਕ ਰਾਹੀਂ ਹੋਣੇ ਆ, ਪਰ ਉਹਦਾ ਮਤਲਬ ਜਿਹੜਾ ਵਾ ਟੇਬਲ ਟਾਕ ਤੱਕ ਪਹੁੰਚਣ ਦਾ ਤਰੀਕਾ ਹੋਰ ਕੋਈ ਨਹੀਂ ਹੈਗਾ। ਉਹਦੇ ਵਾਸਤੇ ਸੰਘਰਸ਼ ਹੀ ਆ। ਜਦੋਂ ਤੁਸੀਂ ਸੰਘਰਸ਼ ਕਰੋਗੇ, ਜਿੰਨੀ ਦੇਰ ਵੀ ਸਰਕਾਰ ਨਗੌਲਿਆਂ ਕਰ ਲੂ, ਸਰਕਾਰ ਦਾ ਨੁਕਸਾਨ ਹੋਊਗਾ। ਜੇ ਸਰਕਾਰ ਤੁਹਾਨੂੰ ਗੌਲ ਕੇ ਸਮਝ ਜਾਂਦੀ ਆ ਵੀ ਮੇਰੇ ਦੇਸ਼ ਦੇ ਲੋਕ ਜਿਹੜੇ ਆ ਉਹ ਇਸ ਗੱਲ ਤੇ ਮਤਲਬ ਅੜੇ ਹੋਏ ਆ, ਜਾਂ ਉਹਨਾਂ ਨੂੰ ਪਤਾ ਲੱਗਾ ਵੀ ਇਹ ਸਾਰਾ ਕੁਝ ਘਾਤਕ ਹੋ ਰਿਹਾ ਵਾ, ਸਾਰਾ ਕੁਝ ਦੇਸ਼ ਮਾਰੂਗਾ, ਲੋਕ ਮਾਰੂਗਾ, ਤੇ ਮੈਂ ਤੇ ਸੋਚਾਂ ਜੇ ਉਹ ਮੋਦੀ ਜੀ ਇਹ ਸਮਝ ਰਹੇ ਆ ਵੀ 5-7 ਕਾਰਪੋਰੇਟ ਘਰਾਣਿਆਂ ਦੇ ਚੁਣੇ ਹੋਏ ਨੇਤਾ ਵਾ ਜਿਨ੍ਹਾਂ ਨੇ ਉਹਨਾਂ ਨੂੰ ਚੋਣਾਂ ਦੇ ਵਿੱਚ ਫੰਡਿੰਗ ਕੀਤੀ ਆ, ਤੇ ਬਾਕੀ ਭਾਵੇਂ ਲੋਕ ਠੱਠੇ ਖੂਚ ਪੈਣ, ਤੇ ਫਿਰ ਲੋਕ ਅੰਦੋਲਨ ਕਿਉਂ ਨਾ ਕਰਨ? ਲੋਕਾਂ ਨੂੰ ਅੰਦੋਲਨ ਦੇ ਰਾਹ 'ਤੇ ਪੈਣਾ ਚਾਹੀਦਾ ਵਾ। ਇਹ ਚਰਚਾ ਹੈਗੀ ਹੈ ਕਿ ਕਿਸਾਨਾਂ ਨੂੰ ਬੜੀ ਚੌਕਸੀ ਨਾਲ ਚੱਲਣਾ ਪਏਗਾ, ਰਾਤ ਵੇਲੇ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਕਈ ਸ਼ਰਾਰਤੀ ਅੰਸਰ ਵੀ ਵਿੱਚ ਸ਼ਾਮਲ ਹੋ ਸਕਦੇ ਨੇ, ਤੇ ਕਿਸ ਤਰ੍ਹਾਂ ਦੀ ਚੌਕਸੀ ਵਰਤੀ ਜਾ ਰਹੀ ਹੈ ਤੁਹਾਡੇ ਵੱਲੋਂ? ਕਿਉਂਕਿ ਜਦੋਂ ਵੱਡਾ ਇਕੱਠ ਹੋ ਜਾਂਦਾ ਹੈ ਤੇ ਬੜੀਆਂ ਸਾਵਧਾਨੀਆਂ ਨਾਲ ਚੱਲਣਾ ਪੈਂਦਾ ਅੱਗੇ। ਵੇਖੋ ਜੀ, ਅਸੀਂ ਆਪਣੀ ਪੂਰੀ ਤਿਆਰੀ ਦੇ ਨਾਲ ਆਪਣੀ ਵਲੰਟੀਅਰ ਫੋਰਸ ਲਾ ਕੇ ਮਤਲਬ ਇਹਦੀ ਚੌਕਸੀ ਕਰਦੇ ਹਾਂ ਆਪਣੇ ਪਨਾਲ ਦੀ, ਪਰ ਸਾਨੂੰ ਖਦਸ਼ਾ ਵਾ ਵੀ ਸਰਕਾਰ ਦੀ ਜਿੱਦਾਂ ਨੀਅਤ ਨੀਤੀ ਦੇ ਵਿੱਚ ਫਰਕ ਵਾ, ਇਹ ਤੇ ਏਜੰਸੀਆਂ ਤੋਂ ਕੁਝ ਵੀ ਕਰਵਾਇਆ ਜਾ ਸਕਦਾ। ਕੀ ਕਰਵਾਇਆ ਜਾ ਸਕਦਾ, ਕੀ ਖਰਚਾ? ਕੁਝ ਵੀ ਕਰਵਾਇਆ ਜਾ ਸਕਦਾ, ਬਲਾਸਟ ਵੀ ਕਰਵਾਏ ਜਾ ਸਕਦੇ ਆ, ਕੋਈ ਅਸਮਾਜਿਕ ਤੱਤਵ ਇਹਦੇ ਵਿੱਚ ਘਸਾ ਕੇ, ਤੇ ਸਾਡੇ ਧਰਨਿਆਂ ਨੂੰ, ਸਾਡੇ ਨੌਜਵਾਨਾਂ ਨੂੰ ਵੀ ਬਲੇਮ ਕੀਤਾ ਜਾ ਸਕਦਾ ਵਾ। ਮਤਲਬ ਬੜਾ ਕੁਝ ਸਰਕਾਰਾਂ ਕਰਵਾ ਸਕਦੀਆਂ ਨੇ, ਕਿਉਂਕਿ ਉਹਨਾਂ ਕੋਲੇ ਸੋਰਸ ਨੇ ਸਾਰੇ। ਪਰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਇਹਨਾਂ ਚੀਜ਼ਾਂ ਦੇ ਨਾਲ ਇਹ ਅੰਦੋਲਨ ਰੁਕਣੇ ਨਹੀਂ। ਸਰਕਾਰ ਇਮਾਨਦਾਰੀ ਦੇ ਨਾਲ ਅੱਗੇ ਆਵੇ। ਪ੍ਰਧਾਨ ਮੰਤਰੀ ਜੀ ਸਾਰੇ ਦੇਸ਼ ਦੇ ਚੁਣੇ ਹੋਏ ਪ੍ਰਧਾਨ ਮੰਤਰੀ ਆ, ਕੱਲੇ ਅਡਾਨੀਆਂ, ਬਾਨੀਆਂ, ਟਾਟਿਆਂ, ਬਿਰਲਿਆਂ ਦੇ ਨਹੀਂ। ਉਹ ਇਮਾਨਦਾਰੀ ਨਾਲ ਲੋਕਾਂ ਦੀ ਗੱਲ ਨੂੰ ਸਮਝਦੇ ਹੋਇਆ, ਕਿਉਂਕਿ ਖੁਦ ਉਹ ਮਜ਼ਦੂਰ ਪਰਿਵਾਰ ਦੇ ਵਿੱਚੋਂ ਆਏ ਨੇ, ਗੱਲ ਨੂੰ ਸਮਝਦੇ ਹੋਇਆ ਇਹਨਾਂ ਆਰਡੀਨੈਂਸਾਂ ਨੂੰ ਰੱਦ ਕਰਕੇ ਇਸ ਅੰਦੋਲਨ ਨੂੰ ਸ਼ਾਂਤ ਕਰਨ। ਸੋ ਤੁਸੀਂ ਸੁਣਿਆ ਕਿ ਕਿਸਾਨ ਆਗੂ ਦਾ ਕਹਿਣਾ ਹੈਗਾ ਕਿ ਖਦਸ਼ਾ ਜ਼ਰੂਰ ਹੈਗਾ ਕਿ ਜਿਹੜੀ ਏਜੰਸੀਆਂ ਹੈਗੀਆਂ ਨੇ ਉਹ ਕੁਝ ਵੀ ਕਰਵਾ ਸਕਦੀਆਂ ਨੇ, ਇੱਥੋਂ ਤੱਕ ਕਿ ਧਮਾਕਾ ਵੀ ਕਰਵਾ ਸਕਦੀਆਂ, ਬਲਾਸਟ ਵੀ ਕਰਵਾ ਸਕਦੀਆਂ ਨੇ। ਚੌਕਸ ਰਹਿਣ ਦੀ ਬੜੀ ਲੋੜ ਹੈਗੀ ਹੈ, ਪਰ ਉਸ ਦੇ ਜਿਹੜੇ ਨਤੀਜੇ ਹੈਗੇ ਨੇ ਉਹ ਹਮੇਸ਼ਾ ਹੀ ਮਾੜੇ ਨਿਕਲਦੇ ਨੇ ਅਜੀ ਕਾਰਵਾਈ ਦੇ। ਇਸ ਕਰਕੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀ ਉਹਨਾਂ ਦੀ ਮੰਗਾਂ ਹੈਗੀਆਂ ਨੇ ਉਹ ਛੇਤੀ ਤੋਂ ਛੇਤੀ ਮੰਨੀਆਂ ਜਾਣ। ਜੇ ਸਰਕਾਰ ਇਹ ਸੋਚ ਰਹੀ ਹੈ ਕਿ ਇਹ ਸੰਘਰਸ਼ ਹੌਲੀ ਹੌਲੀ ਢਿੱਲਾ ਪੈ ਜਾਏਗਾ, ਤਾਂ ਇਹ ਢਿੱਲਾ ਪੈਣ ਵਾਲਾ ਨਹੀਂ। ਕਿਸਾਨ ਪੂਰਾ ਰਾਸ਼ਨ ਲੈ ਕੇ ਆਏ ਨੇ 6 ਮਹੀਨਿਆਂ ਦਾ, ਨਾਲ ਉਹ ਲੰਮੀ ਲੜਾਈ ਲੜਨੀ ਇੱਥੇ ਦਿੱਲੀ ਪੁੱਜੇ ਹੋਏ ਨੇ। ਕੁੰਡਰੀ ਬਾਰਡਰ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਅਮਨ ਮੋਹਨ ਮੁਹਜਾਲ ਦੀ ਰਿਪੋਰਟ, ਹਮਦਰਦ ਟੀਵੀ।